Good morning, beta. BA second year and BA B.Ed second year. Bacha, today we are going to start the Indians foreign policy determinants and the basic principles. ਭਾਰਤ ਦੀ ਵਿਦੇਸ਼ੀ ਨੀਤੀ ਨਿਰਧਾਰਿਤ ਤੱਤ ਅਤੇ ਬੁਨਿਆਦੀ ਸਿਧਾਂਤ ਕਿਹੜੇ-ਕਿਹੜੇ ਨੇ? ਸਭ ਤੋਂ ਪਹਿਲਾਂ ਬੇਟਾ ਵਿਦੇਸ਼ੀ ਨੀਤੀ ਹੁੰਦੀ ਕੀ ਹੈ? ਵਿਦੇਸ਼ੀ ਮੀਨਸ ਜੋ ਫੋਰਨ ਕੰਟਰੀਜ਼ ਨੇ, ਹੈ ਨਾ। ਨੀਤੀ ਮੀਨਸ ਪੋਲਿਸੀ, ਕਿ ਉਹਨਾਂ ਨਾਲ ਵਿਦੇਸ਼ਾਂ ਨਾਲ ਰਿਲੇਟਡ ਕਿਹੜੀ ਪੋਲਿਸੀ ਜਿਹੜੀ ਹੈਗੀ ਆ ਇੰਡੀਆ ਨੇ ਅਪਣਾਈ ਹੋਈ ਹੈ। ਠੀਕ ਹੈ, ਇਹ ਸਭ ਤੋਂ ਪਹਿਲਾਂ ਬੇਟਾ ਮੀਨਿੰਗ ਕੀ ਹੈ ਫੋਰਨ ਪੋਲਿਸੀ ਦਾ? ਡਾਕਟਰ ਆਦੀ ਐਚ ਡਾਕਟਰ ਨੇ ਕਿਹਾ ਹੈ ਕਿ ਦੂਸਰੇ ਰਾਜਾਂ ਨਾਲ ਆਪਣੇ ਸੰਬੰਧਾਂ ਦਾ ਪ੍ਰਬੰਧ ਕਰਨਾ ਹਰ ਰਾਜ ਦਾ ਇੱਕ ਆਵਸ਼ਕ ਕਾਰਜ ਹੁੰਦਾ ਹੈ। ਇਸ ਕਾਰਜ ਨੂੰ ਆਮ ਤੌਰ 'ਤੇ ਵਿਦੇਸ਼ੀ ਨੀਤੀ ਦਾ ਨਿਰਮਾਣ ਵੀ ਕਿਹਾ ਜਾ ਸਕਦਾ ਹੈ। ਮੀਨਸ ਹਰ ਇੱਕ ਸਟੇਟ ਜਿਹੜੀ ਹੈਗੀ ਆ ਉਹਦਾ ਸਭ ਤੋਂ ਸੁਪੀਰੀਅਰ ਕੰਮ ਕੀ ਹੈ ਕਿ ਆਪਣੇ ਨਾਲ ਦੇ ਦੇਸ਼ਾਂ ਦੇ ਨਾਲ ਇੱਕ ਮਿੱਤਰਤਾਪੂਰਵਕ ਸੰਬੰਧ ਕਾਇਮ ਕਰਨੇ, ਇੱਕ ਵਧੀਆ ਰਿਲੇਸ਼ਨਸ਼ਿਪ ਕਾਇਮ ਕਰਨਾ, ਔਰ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਵਿਦੇਸ਼ੀ ਨੀਤੀ ਦੀ। ਠੀਕ ਹੈ, in English we can say that Dr. Adi H. Doctor, managing one's relations with the other state is the necessary activities of the every state. The activity may very generally be called the framing of the foreign policy. ਜਦੋਂ ਇੱਕ ਦੇਸ਼ ਆਪਣੇ ਦੂਸਰੇ ਗੁਆਂਢੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਵਕ ਸੰਬੰਧਾਂ ਨੂੰ ਕਾਇਮ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਨੂੰ ਇੱਕ ਫਰੇਮਿੰਗ ਕਿਹਾ ਜਾਂਦਾ ਹੈ, ਇੱਕ ਫੋਰਨ ਪੋਲਿਸੀ ਦੀ ਸ਼ੁਰੂਆਤ ਕਹੀ ਜਾਂਦੀ ਹੈ। ਆਪਣੇ ਕੋਲ ਇੱਥੇ ਬੇਟਾ 5 ਡੈਫੀਨੇਸ਼ਨਸ ਨੇ, ਤੁਸੀਂ ਇਹਦੇ ਵਿੱਚੋਂ ਕੋਈ ਵੀ ਐਨੀ 2 ਜਿਹੜੀਆਂ ਹੈਗੀਆਂ ਤੁਹਾਨੂੰ ਈਜ਼ੀ ਟੂ ਲਰਨ ਨੇ ਉਹ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਬੇਟਾ ਮੇਨ ਆਬਜੈਕਟਿਵਸ ਆਫ ਇੰਡੀਅਨ ਫੋਰਨ ਪੋਲਿਸੀ। ਭਾਰਤ ਦੀ ਵਿਦੇਸ਼ੀ ਨੀਤੀ ਦੇ ਮੁੱਖ ਉਦੇਸ਼ ਕਿਹੜੇ-ਕਿਹੜੇ ਨੇ, ਕਿਸ ਪਰਪਸ ਕਰਕੇ ਇਹ ਬਣਾਈ ਗਈ ਸੀਗੀ? ਵਿਦੇਸ਼ੀ ਨੀਤੀ ਦੇ ਉਦੇਸ਼ ਦੇ ਸੰਬੰਧ ਵਿੱਚ ਭਾਰਤ ਦੀ ਸੰਵਿਧਾਨ ਸਭਾ ਵਿੱਚ ਬੋਲਦਿਆਂ ਹੋਇਆ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਵਿਦੇਸ਼ੀ ਨੀਤੀ ਦਾ ਉਦੇਸ਼ ਰਾਸ਼ਟਰੀ ਹਿੱਤਾਂ ਦੀ ਪੈਰਵੀ ਕਰਨਾ ਹੈ। ਮੀਨਸ ਰਾਸ਼ਟਰੀ ਹਿੱਤਾਂ ਦੀ ਪੈਰਵੀ ਕਰਨਾ ਹਰ ਇੱਕ ਦੇਸ਼ ਦਾ ਇੱਕ ਮੁੱਢਲਾ ਕੰਮ ਹੈ, ਔਰ ਭਾਰਤ ਦੀ ਵਿਦੇਸ਼ੀ ਨੀਤੀ ਦਾ ਇਹ ਸਭ ਤੋਂ ਪਹਿਲਾ ਅਤੇ ਮੇਨ ਉਦੇਸ਼ ਹੈ। ਸੋ ਇਹਦੇ ਵਿੱਚ 4 ਆਪਣੇ ਮੇਨਸ ਪਰਪਸ ਨੇ ਜਿਹੜੇ। ਨੰਬਰ 1, ਦੇਸ਼ ਦੀ ਏਕਤਾ, ਅਖੰਡਤਾ ਅਤੇ ਰਾਜਨੀਤਿਕ ਸੁਤੰਤਰਤਾ ਨੂੰ ਕਾਇਮ ਰੱਖਣਾ, ਦੇਸ਼ ਦੇ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣਾ ਅਤੇ ਇਸ ਦੀ ਉਦੇਸ਼ ਦੀ ਪੂਰਤੀ ਲਈ ਵਿਦੇਸ਼ੀ ਪੂੰਜੀ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਵਪਾਰਕ ਸੰਤੁਲਨ ਦੇ ਹੱਕਾਂ ਦੇ ਵਿੱਚ ਕੰਮ ਕਰਨਾ, ਵਿਸ਼ਵ ਸ਼ਾਂਤੀ ਦੀ ਸਥਾਪਨਾ ਕਰਨਾ। ਉਸ ਤੋਂ ਬਾਅਦ ਹੈ ਅੰਤਰਰਾਸ਼ਟਰੀ ਸਮੱਸਿਆਵਾਂ ਜਿਹਾ ਕਿ ਵਾਤਾਵਰਣ ਦੀ ਸੁਰੱਖਿਆ, ਆਤੰਕਵਾਦ ਦਾ ਖਾਤਮਾ, ਮਨੁੱਖੀ ਅਧਿਕਾਰਾਂ ਦੀ ਰਾਖੀ ਆਦਿ ਦੇ ਲਈ ਕਿਰਿਆਤਮਕ ਭੂਮਿਕਾ ਨੂੰ ਨਿਭਾਉਣਾ। ਇਹ ਸਾਰੇ ਜਿਹੜੇ ਮੇਨ ਕੰਮ ਨੇ ਜਾਂ ਮੇਨ ਉਦੇਸ਼ ਜਾਂ ਮੇਨ ਆਬਜੈਕਟਿਵਸ ਨੇ ਇਹ ਆਪਣੇ ਫੋਰਨ ਪੋਲਿਸੀ ਦੇ ਨੇ। ਉਸ ਤੋਂ ਬਾਅਦ ਆਉਂਦਾ ਬੇਟਾ ਭਾਰਤ ਦੀ ਵਿਦੇਸ਼ੀ ਨੀਤੀ ਦੇ ਨਿਰਧਾਰਿਤ ਤੱਤਵ ਕਿਹੜੇ-ਕਿਹੜੇ ਨੇ, ਉਹ ਕਿਹੜੇ ਡਿਟਰਮੀਨੈਂਟਸ ਨੇ, ਉਹ ਕਿਹੜੇ ਤੱਤਵ ਨੇ ਜਿਨ੍ਹਾਂ ਦੇ ਆਧਾਰ 'ਤੇ ਇੱਕ ਦੇਸ਼ ਦੂਸਰੇ ਦੇਸ਼ਾਂ ਦੇ ਨਾਲ ਆਪਣੇ ਮਿੱਤਰਤਾਪੂਰਵਕ ਸੰਬੰਧਾਂ ਦੀ ਸ਼ੁਰੂਆਤ ਕਰਦਾ ਹੈ। ਸਭ ਤੋਂ ਪਹਿਲਾਂ ਆਉਂਦੇ ਬੇਟਾ ਡੋਮੈਸਟਿਕ, ਔਰ ਜਿਨ੍ਹਾਂ ਨੂੰ ਆਪਾਂ ਨੈਸ਼ਨਲ ਫੈਕਟਰਸ ਵੀ ਕਹਿ ਸਕਦੇ ਹਾਂ। ਨੰਬਰ 1 ਜੋਗ੍ਰਾਫਿਕਲ ਫੈਕਟਰ। ਅਗਰ ਮੈਂ ਸਿਰਫ ਇੰਡੀਆ ਦੀ ਗੱਲ ਕਰਦੀ ਹਾਂ, ਇੱਥੇ ਇੰਡੀਆ ਦੀ ਬੇਟਾ ਜੋਗ੍ਰਾਫਿਕਲ ਕੰਡੀਸ਼ਨ ਤੁਹਾਨੂੰ ਪਤਾ ਹੈ ਨਾ, ਨੀਚੇ ਹਿੰਦ ਮਹਾਸਾਗਰ ਹੈ, ਆਸੇ ਪਾਸੇ ਜਿਹੜੀਆਂ ਕੰਟਰੀਜ਼ ਨੇ ਚਾਈਨਾ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਸ਼੍ਰੀਲੰਕਾ, ਅਤੇ ਇੱਕ ਪਾਸੇ ਸਮੁੰਦਰ ਹੈ। ਤਾਂ ਇਹ ਸਾਰੀਆਂ ਜਿਹੜੀਆਂ ਕੰਟਰੀਜ਼ ਨੇ, ਨੇਬਰਿੰਗ ਕੰਟਰੀਜ਼ ਨੇ, ਜੋਗ੍ਰਾਫਿਕਲ ਕੰਡੀਸ਼ਨ ਇੰਡੀਆ ਦੀ ਇਹੋ ਜਿਹੀ ਹੈ ਕਿ ਉਹ ਕਿਸੇ ਵੀ ਦੇਸ਼ ਦੇ ਨਾਲ ਆਪਣੇ ਨੁਕਸਾਨਪੂਰਵਕ ਸੰਬੰਧ ਕਾਇਮ ਨਹੀਂ ਕਰ ਸਕਦਾ। ਮਿੱਤਰਤਾਪੂਰਵਕ ਸੰਬੰਧ ਕਾਇਮ ਕਰਨੇ ਹੀ ਜ਼ਰੂਰੀ ਨੇ ਕਿਉਂਕਿ ਉਹਦੀ ਜੋਗ੍ਰਾਫਿਕਲ ਕੰਡੀਸ਼ਨ ਉਸ ਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀ ਕਿ ਉਹ ਕਿਸੇ ਵੀ ਦੇਸ਼ ਦੇ ਨਾਲ ਦੁਸ਼ਮਣੀ ਮੋਲ ਲਵੇ। ਦੂਸਰਾ ਹਿਸਟੋਰੀਕਲ ਫੈਕਟਰ। ਭਾਰਤ ਦਾ ਇਤਿਹਾਸਿਕ ਪਿਛੋਕੜ ਹੀ ਕਹਿੰਦਾ ਹੈ ਕਿ ਸ਼ੁਰੂ ਤੋਂ ਹੀ ਜਿਹੜਾ ਇੰਡੀਆ ਹੈ ਉਹ ਇੱਕ ਸ਼ਾਂਤੀ ਪ੍ਰਿਯ ਦੇਸ਼ ਰਿਹਾ ਹੈ, ਇੱਕ ਸ਼ਾਂਤੀ ਦਾ ਪੁਜਾਰੀ ਰਿਹਾ ਹੈ। ਠੀਕ ਹੈ, ਭਾਰਤ ਇੱਕ ਪ੍ਰਾਚੀਨ ਰਾਸ਼ਟਰ ਹੈ ਜਿਹੜਾ ਕਿ ਮੁੱਢ ਕਦੀਮ ਤੋਂ ਹੀ ਸ਼ਾਂਤੀ ਦਾ ਪੁਜਾਰੀ ਅਤੇ ਦੂਸਰੇ ਰਾਜਾਂ 'ਤੇ ਹਮਲਾ ਨਾ ਕਰਨ ਦੇ ਵਿੱਚ ਸਮਰਥਕ ਵਿੱਚ ਰਿਹਾ, ਔਰ ਇਹ ਚੀਜ਼ ਜਿਹੜੀ ਹੈਗੀ ਆ ਹੁਣ ਤੱਕ ਮਹਾਵੀਰ ਬੁੱਧ ਹੋ ਗਏ, ਆਪਣੇ ਗੁਰੂ ਨਾਨਕ ਹੋ ਗਏ, ਕਬੀਰ, ਗਾਂਧੀ, ਇਹ ਸਾਰਿਆਂ ਨੇ ਸਾਨੂੰ ਸ਼ਾਂਤੀ, ਅਹਿੰਸਾ ਅਤੇ ਸਹਿਣਸ਼ੀਲਤਾ ਦਾ ਪਾਠ ਪੜ੍ਹਾਇਆ, ਔਰ ਹੁਣ ਤੱਕ ਸਾਡਾ ਇੰਡੀਆ ਜਿਹੜਾ ਹੈਗਾ ਉਹ ਇਸੇ ਚੀਜ਼ ਦੀ ਸ਼ੁਰੂਆਤ 'ਤੇ ਜਾਂ ਇਹਨਾਂ ਕਦਰਾਂ ਕੀਮਤਾਂ ਉੱਤੇ ਹੀ ਕੰਮ ਕਰ ਰਿਹਾ ਹੈ। ਉਸ ਤੋਂ ਬਾਅਦ ਆਉਂਦੇ ਬੇਟਾ ਇਕਨੋਮਿਕਲ ਫੈਕਟਰ ਜਾਂ ਆਰਥਿਕ ਤੱਤ। ਭਾਰਤ ਦੀ ਵਿਦੇਸ਼ੀ ਨੀਤੀ ਦੇ ਨਿਰਧਾਰਨ ਦੇ ਵਿੱਚ ਆਰਥਿਕ ਤੱਤਾਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਸਦੀਆਂ ਤੋਂ ਹੀ ਭਾਰਤ ਗੁਲਾਮ ਰਿਹਾ ਹੈ, ਹੁਣ ਵੀ ਭਾਰਤ ਜਿਹੜਾ ਹੈਗਾ ਇੰਨੇ ਸਾਲਾਂ ਬਾਅਦ ਡਿਵੈਲਪਿੰਗ ਕੰਟਰੀ ਹੈ, ਹੌਲੀ ਹੌਲੀ ਆਪਣਾ ਵਿਕਾਸ ਕਰ ਰਿਹਾ ਹੈ,
ਔਰ ਆਪਣੇ ਵਿਕਾਸ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਦੇਸ਼ ਦੇ ਵਿੱਚ ਵਿਦੇਸ਼ੀ ਪੂੰਜੀ ਦਾ ਨਿਵੇਸ਼ ਕਰਵਾਵੇ। ਇਸ ਕਰਕੇ ਉਹ ਦੂਸਰੇ ਦੇਸ਼ਾਂ ਦੇ ਨਾਲ ਇੱਕ ਮਿੱਤਰਤਾਪੂਰਵਕ ਸੰਬੰਧ ਜਿਹੜੇ ਹੈਗੇ ਨੇ ਉਹ ਕਾਇਮ ਕਰਨ ਦੇ ਪੱਖ ਦੇ ਵਿੱਚ ਹੈ। ਔਰ ਇਸੀ ਦੇ ਚੱਲਦੇ ਅੱਜ ਭਾਰਤ ਦੇ ਵਿੱਚ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਅਤੇ ਗਲੋਬਲਾਈਜੇਸ਼ਨ ਦਾ ਯੁੱਗ ਮੰਨਿਆ ਜਾਂਦਾ ਹੈ ਔਰ ਸਮੁੱਚਾ ਸੰਸਾਰ ਜਿਹੜਾ ਹੈਗਾ ਉਹ ਇਹਨਾਂ ਤੋਂ ਪ੍ਰਭਾਵਿਤ ਹੈ। ਉਸ ਤੋਂ ਬਾਅਦ ਆਉਂਦੇ ਆਈਡੀਓਲੋਜੀਕਲ ਫੈਕਟਰ। ਭਾਰਤ ਦੇ ਵਿਚਾਰਾਤਮਕ ਤੱਤਵ, ਭਾਰਤ ਦੇ ਵਿਚਾਰ ਜਿਹੜੇ ਹੈਗੇ ਨੇ ਉਹ ਹਮੇਸ਼ਾ ਹੀ ਸਮਾਜਵਾਦ, ਮਾਨਵਵਾਦ, ਉਦਾਰਵਾਦ, ਗਾਂਧੀਵਾਦ ਇਹਨਾਂ ਚੀਜ਼ਾਂ ਦੇ ਉਦਾਹਰਣ ਰਹੇ ਹੈ। ਔਰ ਇਹ ਜਿਹੜੀਆਂ ਧਾਰਨਾਵਾਂ ਨੇ ਇਹ ਇਹੀ ਸਾਨੂੰ ਸਿਖਾਉਂਦੀਆਂ ਨੇ ਕਿ ਦੂਸਰੇ ਦੇਸ਼ਾਂ ਦੇ ਨਾਲ ਜਾਂ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਵਕ ਸੰਬੰਧ ਕਾਇਮ ਕਰ ਸਕੇ ਤਾਂ ਕਿ ਦੇਸ਼ ਦਾ ਵਿਕਾਸ ਹੋ ਸਕੇ, ਲੋਕਾਂ ਦੇ ਹਿੱਤਾਂ ਦਾ ਵਿਕਾਸ ਹੋ ਸਕੇ। ਉਸ ਤੋਂ ਬਾਅਦ ਆਉਂਦਾ ਬੇਟਾ ਨੈਸ਼ਨਲ ਇੰਟਰਸਟ, ਰਾਸ਼ਟਰੀ ਹਿੱਤ। ਭਾਰਤ ਨੇ ਸ਼ੁਰੂ ਤੋਂ ਹੀ ਆਪਣੇ ਦੇਸ਼ ਦੇ ਵਿੱਚ ਰਹਿ ਰਹੇ ਲੋਕ ਜਿਹੜੇ ਹੈਗੇ ਨੇ ਉਹਨਾਂ ਦੇ ਰਾਸ਼ਟਰੀ ਹਿੱਤਾਂ ਨੂੰ ਮਹੱਤਵਤਾ ਦਿੱਤੀ ਹੈ ਔਰ ਇਹਨਾਂ ਚੀਜ਼ਾਂ ਦੀ ਮਹੱਤਵਤਾ ਨੂੰ ਦੇਖਦੇ ਹੋਏ ਹੀ ਭਾਰਤ ਨੇ ਸ਼ੁਰੂ ਤੋਂ ਹੀ ਇਸ ਚੀਜ਼ ਦਾ ਸਹਿਯੋਗ ਦਿੱਤਾ ਹੈ, ਵਿਦੇਸ਼ੀ ਨੀਤੀ ਦਾ ਸਹਿਯੋਗ ਦਿੱਤਾ ਹੈ ਔਰ ਸਮੇਂ ਸਮੇਂ ਸਿਰ ਸਥਿਤੀਆਂ ਦੇ ਅਨੁਸਾਰ ਭਾਰਤ ਨੇ ਆਪਣੀ ਵਿਦੇਸ਼ੀ ਨੀਤੀ ਦੇ ਵਿੱਚ ਤਬਦੀਲੀਆਂ ਵੀ ਕੀਤੀਆਂ ਨੇ ਔਰ ਸਾਰਕ ਵਰਗੇ ਦੇਸ਼ ਜਿਹੜੇ ਹੈਗੇ ਨੇ ਅੱਜ ਉਸੇ ਚੀਜ਼ ਦਾ ਇੱਕ ਕਹਿ ਲਓ ਕਿ ਜੀਤਾ ਜਾਗਦਾ ਸਬੂਤ ਨੇ। ਪਰਸਨਲ ਫੈਕਟਰ, ਵਿਅਕਤੀਗਤ ਤੱਤ। ਭਾਰਤ ਦੀ ਵਿਦੇਸ਼ੀ ਨੀਤੀ ਨੂੰ ਨੇਤਾਵਾਂ ਦੇ ਵਿਅਕਤੀਤਵ ਨੇ ਵੀ ਪ੍ਰਭਾਵਿਤ ਕੀਤਾ ਹੈ। ਸੁਤੰਤਰਤਾ ਪ੍ਰਾਪਤੀ ਤੋਂ ਲੈ ਕੇ 1964 ਤੱਕ ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੀ ਵਿਦੇਸ਼ੀ ਨੀਤੀ ਦੇ ਪ੍ਰਮੁੱਖ ਨਿਰਮਾਤਾ ਰਹੇ, ਪਰੰਤੂ ਹੌਲੀ ਹੌਲੀ ਜਿਹੜਾ ਹੈਗਾ ਹਰ ਇੱਕ ਪ੍ਰਧਾਨ ਮੰਤਰੀ ਜੋ ਵੀ ਸਾਡੇ ਦੇਸ਼ ਵਿੱਚ ਆਇਆ ਉਹਨੇ ਸਭ ਤੋਂ ਪਹਿਲਾਂ ਫੋਰਨ ਪੋਲਿਸੀ ਜਾਂ ਵਿਦੇਸ਼ਾਂ ਦੇ ਨਾਲ ਸੰਬੰਧਾਂ ਨੂੰ ਜਿਹੜਾ ਹੈਗਾ ਪਹਿਲ ਦਿੱਤੀ ਤਾਂ ਕਿ ਸਾਡੇ ਦੇਸ਼ ਦਾ ਵਿਕਾਸ ਜਿਹੜਾ ਹੈਗਾ ਉਹ ਪ੍ਰੋਪਰ ਤਰੀਕੇ ਨਾਲ ਹੋ ਸਕੇ ਔਰ ਹੌਲੀ ਹੌਲੀ ਜੋ ਸਾਡਾ ਦੇਸ਼ ਡਿਵੈਲਪਿੰਗ ਕੰਟਰੀ ਹੈ ਉਹ ਡਿਵੈਲਪ ਕੰਟਰੀ ਵੱਲ ਵੱਧ ਸਕੇ। ਉਸ ਤੋਂ ਬਾਅਦ ਹੈ ਸਰਚ ਆਫ ਦ ਨੈਸ਼ਨਲ ਸਿਕਿਉਰਿਟੀ, ਰਾਸ਼ਟਰੀ ਸੁਰੱਖਿਆ ਦੀ ਭਾਲ। ਆਪਣੇ ਦੇਸ਼ ਦੇ ਵਿੱਚ ਰਾਸ਼ਟਰੀ ਸੁਰੱਖਿਆ ਦੀ ਭਾਲ ਦੇ ਹਿੱਤ ਦੇ ਵਿੱਚ ਵੀ ਵਿਦੇਸ਼ੀ ਨੀਤੀ ਨੂੰ ਵਧਾਵਾ ਦਿੱਤਾ ਗਿਆ ਹੈ ਕਿਉਂਕਿ ਬੇਟਾ ਸਾਡੇ ਦੇਸ਼ ਦੀ ਪ੍ਰੋਟੈਕਸ਼ਨ ਉਦੋਂ ਹੀ ਹੋ ਸਕਦੀ ਹੈ ਜਦੋਂ ਸਾਡੇ ਦੇਸ਼ ਨੂੰ ਸੁਰੱਖਿਆ ਪ੍ਰਦਾਨ ਮਿਲੇ, ਜਦੋਂ ਸਾਡੇ ਦੇਸ਼ ਦੇ ਵਿੱਚ ਬਾਕੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਵਕ ਸੰਬੰਧ ਕਾਇਮ ਹੋਣਗੇ ਤਾਂ ਕਿ ਕੱਲ੍ਹ ਨੂੰ ਸਾਨੂੰ ਕਿਸੇ ਵੀ ਚੀਜ਼ ਦੀ ਨੀਡ ਪਵੇ ਤਾਂ ਅਸੀਂ ਉਹਨਾਂ ਗੁਆਂਢੀ ਦੇਸ਼ਾਂ ਤੋਂ ਆਪਣੇ ਫਰੈਂਡਲੀ ਜਿਹੜੇ ਕੰਟਰੀਜ਼ ਨੇ ਉਹਨਾਂ ਤੋਂ ਹੈਲਪ ਲੈ ਸਕੀਏ। ਰਾਸ਼ਟਰੀ ਨੇਤਾਵਾਂ ਨੂੰ ਪ੍ਰੇਰਿਤ ਕਰਨ ਵਾਲੇ ਆਦਰਸ਼, ਆਈਡੀਅਲ ਆਫ ਦ ਇੰਸਪਾਇਰ ਆਫ ਨੈਸ਼ਨਲ ਲੀਡਰਸ। ਜਿਨ੍ਹਾਂ ਨੇਤਾਵਾਂ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਅਗਵਾਈ ਕੀਤੀ ਉਹ ਉਦਾਰਵਾਦ, ਵਿਸ਼ਵ ਸ਼ਾਂਤੀ ਦੇ ਸਮਰਥਕ ਸਨ। ਠੀਕ ਹੈ ਔਰ ਇਹਨਾਂ ਚੀਜ਼ਾਂ ਨੂੰ ਹੀ ਅੱਗੇ ਲੈ ਕੇ ਸਾਡੇ ਜਿਹੜੇ ਅੱਜ ਦੇ ਨੇਤਾਵਾਂ ਨੇ ਉਹ ਦੂਸਰੇ ਦੇਸ਼ਾਂ ਦੇ ਨਾਲ ਮਿੱਤਰਤਾਪੂਰਵਕ ਸੰਬੰਧਾਂ ਨੂੰ ਕਾਇਮ ਕਰਨ ਦੇ ਵਿੱਚ ਪਹਿਲ ਦਿੰਦੇ ਨੇ। ਕੌਨਸਟੀਟਿਊਸ਼ਨਲ ਫੈਕਟਰ, ਭਾਰਤ ਦੀ ਵਿਦੇਸ਼ੀ ਨੀਤੀ ਦੇ ਨਿਰਦੇਸ਼ਕ ਤੱਤਾਂ ਦਾ ਵਰਣਨ ਸੰਵਿਧਾਨ ਦੀ ਚੌਥੇ ਭਾਗ ਦੀ ਧਾਰਾ 51 ਦੇ ਵਿੱਚ ਕੀਤਾ ਗਿਆ ਹੈ ਔਰ ਉਹ ਤੱਤ ਹਨ ਰਾਜ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਤੱਤ ਦੇ ਉੱਤੇ ਕੰਮ ਕਰੇਗਾ, ਰਾਸ਼ਟਰ ਵੱਖ-ਵੱਖ ਰਾਜਾਂ ਦੇ ਵਿਚਕਾਰ ਇੱਕ ਨਿਆਂਪੂਰਵਕ ਸੰਬੰਧਾਂ ਨੂੰ ਕਾਇਮ ਕਰੇਗਾ, ਫਰੈਂਡਲੀ ਰਿਲੇਸ਼ਨਸ਼ਿਪ ਕਾਇਮ ਕਰੇਗਾ। ਸੋ ਦੀਜ਼ ਆਰ ਦ ਡੋਮੈਸਟਿਕ ਔਰ ਨੈਸ਼ਨਲ ਫੈਕਟਰਸ ਜਿਹੜੇ ਕਿ ਆਪਣੀ ਵਿਦੇਸ਼ੀ ਨੀਤੀ ਨੂੰ ਡਿਟਰਮਿਨ ਕਰਦੇ ਨੇ। ਉਸ ਤੋਂ ਬਾਅਦ ਆਉਂਦਾ ਬੇਟਾ ਇੰਟਰਨੈਸ਼ਨਲ ਫੈਕਟਰ। ਇੰਟਰਨੈਸ਼ਨਲ ਫੈਕਟਰ ਦੇ ਵਿੱਚ ਆਉਂਦਾ ਇਨਫਲੂਐਂਸ ਆਫ ਦ ਇੰਟਰਨੈਸ਼ਨਲ ਸਿਚੁਏਸ਼ਨ, ਅੰਤਰਰਾਸ਼ਟਰੀ ਸਥਿਤੀ ਦਾ ਪ੍ਰਭਾਵ। ਜੋ ਸਾਡੇ ਦੇਸ਼ ਦੇ ਵਿੱਚ ਅੱਜ ਸਿਚੁਏਸ਼ਨ ਬਣੀ ਹੋਈ ਹੈ, ਲਾਈਕ ਅੱਜ ਦੀ ਅਗਰ ਪ੍ਰੈਜ਼ੈਂਟ ਸਿਚੁਏਸ਼ਨ ਦੀ ਗੱਲ ਕਰੀਏ ਕੋਵਿਡ-19 ਦੀ ਸਿਚੁਏਸ਼ਨ ਦੇ ਵਿੱਚ ਅੱਜ ਸਾਡੇ ਦੇਸ਼ ਦੇ ਕੋਲ ਆਕਸੀਜਨ ਸਿਲੰਡਰਸ ਜਿਹੜੇ ਹੈਗੇ ਨੇ ਉਹ ਘੱਟ ਪੈ ਰਹੇ ਨੇ ਤਾਂ ਦੂਸਰੀ ਦੇਸ਼ ਦੇ ਸਾਨੂੰ ਮਦਦ ਕਰ ਰਹੇ ਨੇ, ਹੈਲਪ ਕਰ ਰਹੇ ਨੇ। ਉਹ ਕਿਉਂ? ਕਿਉਂਕਿ ਸ਼ੁਰੂ ਤੋਂ ਹੀ ਸਾਡਾ ਦੇਸ਼ ਜਿਹੜਾ ਹੈਗਾ ਦੂਸਰੇ ਦੇਸ਼ਾਂ ਦੇ ਨਾਲ ਇੱਕ ਫਰੈਂਡਲੀ ਰਿਲੇਸ਼ਨਸ਼ਿਪ ਕਾਇਮ ਕੀਤੀ ਹੋਈ ਹੈ। ਅਗਰ ਇਹ ਫਰੈਂਡਲੀ ਰਿਲੇਸ਼ਨਸ਼ਿਪ ਨਾ ਹੁੰਦੇ ਬੇਟਾ ਤਾਂ ਸ਼ਾਇਦ ਅੱਜ ਸਾਨੂੰ ਵਿਦੇਸ਼ਾਂ ਤੋਂ ਹੈਲਪ ਨਾ ਮਿਲਦੀ। ਉਸ ਤੋਂ ਬਾਅਦ ਹੈ ਐਸਟੈਬਲਿਸ਼ਮੈਂਟ ਆਫ ਦ ਯੂਨੀਪੋਲਰ ਵਰਲਡ ਆਰਡਰ। ਸੋਵੀਅਤ ਔਰ ਅਮਰੀਕਨ ਗੁੱਟ ਦੀ ਸਮਾਪਤੀ ਤੋਂ ਬਾਅਦ ਜਿਹੜਾ ਸਾਡਾ ਬਾਈਪੋਲਰ ਸਿਸਟਮ ਸੀ ਉਹ ਯੂਨੀਪੋਲਰ ਵਿੱਚ ਬਦਲ ਗਿਆ, ਬਟ ਹੁਣ ਜਿਹੜਾ ਯੂਨੀਪੋਲਰ ਹੈ ਉਹ ਹੌਲੀ ਹੌਲੀ ਮਲਟੀਪੋਲਰ ਦੇ ਵਿੱਚ ਬਦਲ ਗਿਆ। ਹੁਣ ਅਮਰੀਕਾ ਹੀ ਸੁਪਰੀਮ ਪਾਵਰ ਨਹੀਂ ਰਿਹਾ ਬਲਕਿ ਹੁਣ ਹਰ ਇੱਕ ਦੇਸ਼ ਆਪਣੇ ਆਪ ਨੂੰ ਇੱਕ ਸ਼ਕਤੀ ਦੇ ਰੂਪ ਦੇ ਵਿੱਚ, ਇੱਕ ਅਲੱਗ ਸੁਤੰਤਰ ਦੇਸ਼ ਦੇ ਰੂਪ ਦੇ ਵਿੱਚ ਉਭਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੁਆਂਢੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਵਕ ਸੰਬੰਧ, ਫਰੈਂਡਲੀ ਰਿਲੇਸ਼ਨਸ਼ਿਪ ਵਿਦ ਦ ਨੇਬਰਿੰਗ ਕੰਟਰੀਜ਼, ਇਹ ਸਾਨੂੰ ਸਿਖਾਇਆ, ਮੈਂ ਤੁਹਾਨੂੰ ਪਹਿਲਾਂ ਹੀ ਇਹਦੇ ਦੱਸ ਚੁੱਕੀ ਹਾਂ। ਰਿਲੇਸ਼ਨਸ਼ਿਪ ਵਿਦ ਕਾਮਨਵੈਲਥ ਆਫ ਨੇਸ਼ਨ, ਰਾਸ਼ਟਰਮੰਡਲ ਦੇ ਨਾਲ ਸੰਬੰਧ। ਰਾਸ਼ਟਰਮੰਡਲ ਜਿਹੜਾ ਹੈਗਾ ਉਹ ਬਹੁਤ ਸਾਰੇ ਦੇਸ਼ਾਂ ਦਾ ਸਮੂਹ ਜਿਹਦੇ ਵਿੱਚ ਬਾਕੀ ਸਾਰੇ ਦੇਸ਼ ਜਿਹੜੇ ਹੈਗੇ ਨੇ ਸ਼ਾਮਿਲ ਹੋ ਕੇ ਇੱਕ ਦੂਜੇ ਦੀ ਹੈਲਪ ਕਰਨ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਹੇ ਨੇ। ਫੇਥ ਇਨ ਯੂਨਾਈਟਿਡ ਨੇਸ਼ਨ, ਅੱਜ 193 ਦੇਸ਼ ਜਿਹੜੇ ਹੈਗੇ ਨੇ ਉਹ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਹੈਗੇ ਨੇ ਉਹ ਪਾਰਟਿਸਪੈਂਟਸ ਨੇ। ਉਹ ਕਿਉਂ ਨੇ ਬੇਟਾ? ਤਾਂ ਕਿ ਜ਼ਰੂਰਤ ਪੈਣ ਦੇ ਉੱਤੇ ਹਰ ਇੱਕ ਦੇਸ਼ ਜਿਹੜਾ ਹੈਗਾ ਉਹ ਦੂਸਰੇ ਦੇਸ਼ਾਂ ਦੇ ਵਿੱਚ ਮਦਦ ਕਰ ਸਕੇ। ਅਫਰੀਕੀ ਏਸ਼ੀਆਈ ਦੇਸ਼ਾਂ ਦਾ ਉੱਭਰਦਾ ਸੰਸਾਰ, ਐਮਰਜਿੰਗ ਵਰਲਡਸ ਆਫ ਐਫਰੋ ਏਸ਼ੀਅਨ ਕੰਟਰੀਜ਼,
ਇੱਕ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਰਤਾਨਵੀ ਬਸਤੀਵਾਦ ਦੇ ਵਧੇਰੇ ਸ਼ਿਕਾਰ ਅਫਰੀਕਾ ਅਤੇ ਏਸ਼ੀਆ ਦੇ ਦੇਸ਼ ਸਨ। ਭਾਰਤ ਦੀ ਉਹਨਾਂ ਵਿੱਚੋਂ ਇੱਕ ਸੀ, ਪਰੰਤੂ ਅੱਜ ਵਿਸ਼ਵ ਵਿੱਚੋਂ ਬਰਤਾਨਵੀ ਸਾਮਰਾਜ ਦੀ ਸਰਦਾਰੀ ਖਤਮ ਹੋ ਚੁੱਕੀ ਹੈ ਔਰ ਅਫਰੀਕਾ ਏਸ਼ੀਆ ਵਰਗੇ ਦੇਸ਼ ਆਪਣੇ ਆਪ ਨੂੰ ਉੱਭਰ ਕੇ ਸਾਹਮਣੇ ਆ ਰਹੇ ਨੇ ਔਰ ਇੱਕ ਸੁਤੰਤਰ ਰੂਪ ਦੇ ਵਿੱਚ ਆਪਣਾ ਜਿਹੜਾ ਹੈਗਾ ਉਹ ਨਿਰਵਾਹ ਕਰ ਰਹੇ ਨੇ। ਸੋ ਦੀਜ਼ ਆਰ ਦੀ ਡਿਟਰਮੈਂਟਸ ਵਿਚ ਆਰ ਵੈਰੀ ਇੰਪੋਰਟੈਂਟ। ਇਹ ਬੇਟਾ ਤੁਹਾਨੂੰ 18 ਮਾਰਕਸ ਦੇ ਵਿੱਚ ਜਿਹੜਾ ਹੈਗਾ ਕੁਐਸਚਨ ਆਏਗਾ, ਸੋ ਲਰਨ ਇਹਨੂੰ ਜ਼ਰੂਰ ਕਰਿਓ, ਠੀਕ ਹੈ। ਉਸ ਤੋਂ ਬਾਅਦ ਹੈ ਬੇਸਿਕ ਪ੍ਰਿੰਸੀਪਲਸ ਆਫ ਇੰਡੀਅਨ ਫੋਰਨ ਪੋਲਿਸੀ। ਭਾਰਤ ਦੀ ਵਿਦੇਸ਼ੀ ਨੀਤੀ ਦੇ ਮੁੱਖ ਸਿਧਾਂਤ ਕਿਹੜੇ ਨੇ, ਕਿਹੜੇ ਕਿਹੜੇ ਸਿਧਾਂਤਾਂ ਦੇ ਉੱਤੇ ਕੰਮ ਕਰਦਾ ਹੈ। ਸਭ ਤੋਂ ਪਹਿਲਾ ਹੈ ਬੇਟਾ ਨੌਨ ਅਲਾਈਨਮੈਂਟ, ਗੁੱਟ ਨਿਰਲੇਪਤਾ। ਗੁੱਟ ਨਿਰਲੇਪਤਾ ਦਾ ਸਿਧਾਂਤ ਕਿਹੜਾ ਹੈ ਕਿ ਜਦੋਂ ਸਾਡੇ ਦੇਸ਼ ਦੇ ਵਿੱਚ ਅਮਰੀਕਾ ਔਰ ਸੋਵੀਅਤ ਦੋ ਬਲਾਕਸ ਬਣੇ ਸੀਗੇ, ਉਦੋਂ ਇੰਡੀਆ ਨੇ ਕੀ ਕਿਹਾ ਕਿ ਅਸੀਂ ਕਿਸੇ ਵੀ ਗੁੱਟ ਦੇ ਵਿੱਚ ਸ਼ਾਮਿਲ ਨਹੀਂ ਹੋਵਾਂਗੇ, ਜਿਸ ਨੂੰ ਨੌਨ ਅਲਾਈਨਮੈਂਟ ਦਾ ਨਾਮ ਦਿੱਤਾ, ਗੁੱਟ ਨਿਰਲੇਪਤਾ ਦਾ ਨਾਮ ਦਿੱਤਾ, ਠੀਕ ਹੈ। ਉਹ ਕਿਉਂ ਦਿੱਤਾ, ਤਾਂ ਕਿਉਂਕਿ ਭਾਰਤ ਜਿਹੜਾ ਹੈਗਾ ਉਹ ਕਿਸੇ ਵੀ ਬਲਾਕ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ, ਕਿਉਂਕਿ ਭਾਰਤ ਨਹੀਂ ਸੀ ਚਾਹੁੰਦਾ ਕਿ ਅਸੀਂ ਕਿਸੇ ਵੀ ਗੁੱਟ ਦੇ ਵਿੱਚ ਸ਼ਾਮਿਲ ਹੋ ਕੇ ਦੂਸਰੇ ਗੁੱਟ ਦੇ ਨਾਲ ਦੁਸ਼ਮਣੀ ਲੈ ਲਈਏ। ਔਰ ਸਾਡੀ ਉਸ ਟਾਈਮ 'ਤੇ ਕੰਡੀਸ਼ਨ ਇਹੋ ਜਿਹੀ ਹੈ ਵੀ ਨਹੀਂ ਸੀਗੀ ਕਿ ਕਿਸੇ ਸੈਨਿਕ ਗੁੱਟ ਦੇ ਵਿੱਚ ਸ਼ਾਮਿਲ ਹੋ ਕੇ ਅਸੀਂ ਦੁਸ਼ਮਣੀ ਜਿਹੜੀ ਹੈਗੀ ਉਹ ਮੋਲ ਲਿੱਤੀ ਜਾ ਸਕੇ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਗੁੱਟ ਨਿਰਲੇਪਤਾ ਦੀ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਸਨ। ਅੰਤਰਰਾਸ਼ਟਰੀ ਝਗੜਿਆਂ ਦੇ ਵਿੱਚ ਨਾ ਉਲਝਣਾ, ਸੈਨਿਕ ਸੰਧੀਆਂ ਤੋਂ ਦੂਰ ਰਹਿਣਾ, ਕਿਸੇ ਵੀ ਸ਼ਕਤੀ ਧੜੇ ਜਾਂ ਪਾਵਰ ਬਲਾਕ ਦੇ ਵਿੱਚ ਸ਼ਾਮਿਲ ਨਾ ਹੋਣਾ, ਸ਼ਾਂਤੀਮਈ ਹੋਂਦ ਯਾਨੀ ਕਿ ਪੀਸਫੁਲ ਕੋਐਗਜ਼ਿਸਟੈਂਸ ਦੇ ਵਿੱਚ ਵਿਸ਼ਵਾਸ, ਆਪਣੀ ਵਿਦੇਸ਼ੀ ਨੀਤੀ ਦਾ ਨਿਰਮਾਣ ਸੁਤੰਤਰਤਾ ਪੂਰਵਕ ਬਲਕਿ ਕਿਸੇ ਦਬਾਅ ਦੇ ਵਿੱਚ ਆ ਕੇ ਨਾ ਕਰਨਾ। ਗੁੱਟ ਨਿਰਲੇਪਤਾ ਦਾ ਅਰਥ ਸੰਸਾਰ ਦੀਆਂ ਸਮੱਸਿਆਵਾਂ ਤੋਂ ਮੂੰਹ ਮੋੜ ਲੈਣਾ ਨਹੀਂ ਹੈ। ਇਹ ਨਹੀਂ ਕਿ ਗੁੱਟ ਨਿਰਲੇਪਤਾ ਦੀ ਨੀਤੀ ਅਪਣਾ ਲਈ ਤਾਂ ਇੰਡੀਆ ਦਾ ਦੂਸਰੇ ਦੇਸ਼ਾਂ ਦੇ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਰਹੇਗਾ, ਨੋ। ਗੁੱਟ ਨਿਰਲੇਪਤਾ ਦਾ ਅਰਥ ਹੈ ਸਿਰਫ ਸੈਨਿਕ ਗੁੱਟਾਂ ਦੇ ਵਿੱਚ ਸ਼ਾਮਿਲ ਨਾ ਹੋਣਾ, ਬਟ ਮਦਦ ਪੈਣ 'ਤੇ ਸਾਰਿਆਂ ਦੀ ਹੈਲਪ ਜ਼ਰੂਰ ਕਰਨਾ। ਦੈਟ ਇਜ਼ ਦ ਮੀਨਿੰਗ ਆਫ ਦੀ ਗੁੱਟ ਨਿਰਲੇਪਤਾ ਔਰ ਨੌਨ ਅਲਾਈਨਮੈਂਟ, ਠੀਕ ਹੈ। ਅੰਤਰਰਾਸ਼ਟਰੀ ਸਹਿਯੋਗ ਦੇ ਵਿੱਚ ਵਿਸ਼ਵਾਸ, ਸ਼ੁਰੂ ਤੋਂ ਹੀ ਸਾਡਾ ਦੇਸ਼ ਜਿਹੜਾ ਹੈਗਾ ਉਹ ਅੰਤਰਰਾਸ਼ਟਰੀ ਸਹਿਯੋਗ ਦੇ ਵਿੱਚ ਵਿਸ਼ਵਾਸ ਕਰ ਰਿਹਾ ਹੈ, ਦੂਸਰੇ ਦੇਸ਼ਾਂ ਦੇ ਨਾਲ ਮਿੱਤਰਤਾਪੂਰਵਕ ਸੰਬੰਧਾਂ ਨੂੰ ਕਾਇਮ ਕਰਨ ਦੇ ਵਿੱਚ ਵਿਸ਼ਵਾਸ ਕਰਦਾ ਹੈ। ਪੂਰਬੀ ਦੇਸ਼ਾਂ ਦੇ ਨਾਲ ਸੰਬੰਧਾਂ ਦਾ ਵਿਕਾਸ, ਡਿਵੈਲਪਮੈਂਟ ਆਫ ਦ ਰਿਲੇਸ਼ਨਸ਼ਿਪ ਵਿਦ ਦ ਈਸਟਰਨ ਕੰਟਰੀਜ਼, ਈਸਟਰਨ ਐਂਡ ਵੈਸਟਰਨ ਦੋਨੋਂ ਕੰਟਰੀਜ਼ ਦੇ ਨਾਲ ਸਾਡਾ ਰਿਲੇਸ਼ਨਸ਼ਿਪ ਰਿਹਾ ਹੈ। ਔਰ ਸ਼ੁਰੂ ਤੋਂ ਹੀ ਇੰਡੀਆ ਜਿਹੜਾ ਹੈਗਾ ਉਹ ਈਸਟਰਨ ਦੇ ਨਾਲ ਈਸਟਰਨ ਕੰਟਰੀਜ਼ ਦੇ ਵੱਲ ਵੀ ਆਪਣਾ ਜਿਹੜਾ ਰੁਝਾਨ ਹੈ ਉਹ ਰੱਖਿਆ ਹੋਇਆ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਬੇਟਾ ਸਾਡਾ ਪੁਆਇੰਟ ਆਉਂਦਾ ਹੈ ਸੰਯੁਕਤ ਰਾਸ਼ਟਰ ਵਿੱਚ ਵਿਸ਼ਵਾਸ। ਇਹ ਪੁਆਇੰਟ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ, ਠੀਕ ਹੈ। ਉਸ ਤੋਂ ਬਾਅਦ ਹੈਗਾ ਸਪੋਰਟ ਆਫ ਡਿਸਆਰਮਾਮੈਂਟ। ਨਿਸ਼ਸਤਰੀਕਰਨ ਦਾ ਮਤਲਬ ਹੈ ਸ਼ਸਤਰਾਂ ਨੂੰ ਦੌੜ ਨੂੰ ਘੱਟ ਕਰਨਾ, ਔਰ ਇੰਡੀਆ ਸ਼ੁਰੂ ਤੋਂ ਹੀ ਸ਼ਾਂਤੀ ਪ੍ਰਿय ਦੇਸ਼ ਰਿਹਾ ਹੈ ਔਰ ਸ਼ੁਰੂ ਤੋਂ ਹੀ ਇੰਡੀਆ ਜਿਹੜਾ ਹੈਗਾ ਉਹ ਡਿਸਆਰਮਾਮੈਂਟ ਦੇ ਫੇਵਰ 'ਚ ਰਿਹਾ ਹੈ ਕਿ ਸ਼ੁਰੂ ਤੋਂ ਹੀ ਇੰਡੀਆ ਦੀ ਇਹ ਪਾਲਿਸੀ ਰਹੀ ਹੈ ਕਿ ਸ਼ਸਤਰਾਂ ਦੀ ਦੌੜ ਨੂੰ ਘੱਟ ਕਰਕੇ ਰਾਸ਼ਟਰੀ ਹਿੱਤਾਂ ਨੂੰ ਜ਼ਿਆਦਾ ਮਹੱਤਵਤਾ ਦਿੱਤੀ ਜਾਵੇ। ਗੁਲਾਮ ਦੇਸ਼ਾਂ ਦੀ ਸੁਤੰਤਰਤਾ ਵਿੱਚ ਸਹਾਇਤਾ, ਜਿਹੜੇ ਦੇਸ਼ ਗੁਲਾਮ ਨੇ ਉਹਨਾਂ ਦੇਸ਼ਾਂ ਦੇ ਉੱਭਰ ਕੇ ਸਾਹਮਣੇ ਆਉਣਾ ਔਰ ਉਹਨਾਂ ਦੀ ਸੁਤੰਤਰਤਾ ਵਿੱਚ ਹੈਲਪ ਕਰਨਾ, ਇਹ ਵੀ ਜਿਹੜਾ ਹੈਗਾ ਇਹ ਭਾਰਤ ਦੀ ਕੰਟਰੀ ਦਾ ਇੱਕ ਮੇਨ ਉਦੇਸ਼ ਰਿਹਾ ਹੈ। ਆਪੋਜੀਸ਼ਨ ਆਫ ਮਿਲਟਰੀ ਅਲਾਇੰਸਿਸ, ਨਾਟੋ ਸ਼ੁਰੂ ਤੋਂ ਹੀ ਇੰਡੀਆ ਨੇ ਨਾਟੋ, ਸੀਟੋ, ਸੈਂਟੋ, ਵਾਰਸਾ ਪੈਕਟ, ਏਸੀਅਨ ਇਹਨਾਂ ਵਰਗੇ ਜਿਹੜੇ ਸੈਨਿਕ ਗੁੱਟ ਨੇ ਉਹਨਾਂ ਦਾ ਵਿਰੋਧ ਕੀਤਾ ਹੈ ਔਰ ਅੱਜ ਵੀ ਭਾਰਤ ਜਿਹੜਾ ਹੈਗਾ ਇਹਨਾਂ ਸੈਨਿਕ ਗੁੱਟਾਂ ਤੋਂ ਅਲੱਗ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ। ਪੰਚਸ਼ੀਲ ਵਿੱਚ ਵਿਸ਼ਵਾਸ, ਫੇਥ ਇਨ ਦਾ ਪੰਚਸ਼ੀਲ। ਇਹ ਬੇਟਾ 2 ਮਾਰਕਸ ਵਿੱਚ ਆ ਸਕਦਾ ਤੁਹਾਨੂੰ ਕੁਐਸਚਨ, ਠੀਕ ਹੈ, ਪੰਚਸ਼ੀਲ ਦਾ, ਸੋ ਹਾਈਲਾਈਟ ਕਰ ਲਓ ਇਹਨੂੰ। ਪੰਚਸ਼ੀਲ ਵਿੱਚ ਵਿਸ਼ਵਾਸ 29 ਅਪ੍ਰੈਲ 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਐਨ ਲਾਈ ਦੇ ਵਿੱਚ ਇੱਕ ਤਿੱਬਤ ਦੇ ਖੇਤਰ ਸੰਬੰਧੀ ਇੱਕ ਸਮਝੌਤਾ ਹੋਇਆ ਸੀ, ਜਿਸ ਨੂੰ ਪੰਚਸ਼ੀਲ ਦਾ ਨਾਮ ਦਿੱਤਾ ਗਿਆ। ਇਹਦੇ ਵਿੱਚ 5 ਸਿਧਾਂਤ ਸੀਗੇ, ਉਹ ਕਿਹੜੇ ਸਨ ਕਿ ਇੱਕ ਦੇਸ਼ ਦੂਸਰੇ ਦੇਸ਼ ਦੀ ਪ੍ਰਦੇਸ਼ਿਕ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਤਿਕਾਰ ਕਰੇਗਾ, ਇੱਕ ਰਾਜ ਦੂਸਰੇ ਰਾਜ ਦੇ ਉੱਤੇ ਹਮਲਾ ਨਹੀਂ ਕਰੇਗਾ, ਦੂਸਰੇ ਰਾਜ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਹਸਤਕਸ਼ੇਪ ਨਹੀਂ ਕਰੇਗਾ, ਕੋਈ ਇੰਟਰਫੇਰੈਂਸ ਨਹੀਂ ਕਰੇਗਾ, ਸਾਰੇ ਦੇਸ਼ਾਂ ਦੀ ਸਮਾਨਤਾ ਨੂੰ ਸਵੀਕਾਰ ਕਰਨਾ ਅਤੇ ਸਾਂਝੇ ਹਿੱਤ ਦੇ ਵਿੱਚ ਸਹਿਯੋਗ ਦੇਣਾ, ਠੀਕ ਹੈ, ਕੋਆਪਰੇਟ ਕਰੇਗਾ ਅਤੇ ਸ਼ਾਂਤੀਮਈ ਸਹਿਯੋਗ ਜਾਂ ਸਹਿਹੋਂਦ ਨੂੰ ਔਰ ਕੋਆਪਰੇਸ਼ਨ ਨੂੰ ਬਣਾਈ ਰੱਖੇਗਾ। ਸੋ ਇਹ ਜਿਹੜੇ 5 ਸੀਗੇ ਇਹਨਾਂ ਦੇ ਉੱਤੇ ਇੱਕ ਡੀਲ ਸਾਈਨ ਹੋਈ ਸੀਗੀ, ਕਿਹਦੇ ਵਿਚਕਾਰ, ਪੰਡਿਤ ਜਵਾਹਰ ਲਾਲ ਨਹਿਰੂ ਔਰ ਚਾਓ ਐਨ ਲਾਈ ਦੇ ਵਿੱਚ ਚੀਨ ਦੇ ਪ੍ਰਧਾਨ ਮੰਤਰੀ ਦੇ ਵਿਚਕਾਰ 29 ਅਪ੍ਰੈਲ 1954 ਨੂੰ ਤਿੱਬਤ ਦੀ ਸਥਿਤੀ ਨੂੰ ਲੈ ਕੇ ਹੋਈ ਸੀਗੀ, ਜਿਸ ਨੂੰ ਅਸੀਂ ਪੰਚਸ਼ੀਲ ਦਾ ਨਾਮ ਜਿਹੜਾ ਹੈਗਾ ਉਹ ਦਿੰਦੇ ਹਾਂ। ਯੂਜ਼ ਆਫ ਦ ਐਟੋਮਿਕ ਐਨਰਜੀ ਫॉर द ਪੀਸਫੁਲ ਪਰਪਸ, ਪਰਮਾਣੂ ਸ਼ਕਤੀ ਦਾ ਸ਼ਾਂਤੀਮਈ ਉਦੇਸ਼ਾਂ ਲਈ ਪ੍ਰਯੋਗ ਕਰਨਾ, ਇਹ ਵੀ ਸ਼ੁਰੂ ਤੋਂ ਹੀ ਜਿਹੜਾ ਹੈਗਾ ਭਾਰਤ ਦਾ ਸਿਧਾਂਤ ਰਿਹਾ ਹੈ ਕਿ ਕਦੀ ਵੀ ਭਾਰਤ ਜਿਹੜਾ ਹੈਗਾ ਉਹ ਪਰਮਾਣੂ ਸ਼ਕਤੀ ਦਾ ਪ੍ਰਯੋਗ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਨਹੀਂ
ਕਰੇਗਾ। ਗੁਆਂਢੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਵਕ ਸੰਬੰਧਾਂ ਦਾ ਵਿਕਾਸ ਕਰਨਾ, ਇਹ ਪੁਆਇੰਟ ਬੇਟਾ ਆਪਾਂ ਪਹਿਲਾਂ ਕਰ ਚੁੱਕੇ ਹਾਂ। ਰਾਸ਼ਟਰਮੰਡਲ ਦੀ ਮੈਂਬਰਸ਼ਿਪ ਦੇ ਵਿੱਚ ਵਿਸ਼ਵਾਸ, ਇਹ ਵੀ ਪੁਆਇੰਟ ਹੋ ਚੁੱਕਿਆ ਆਪਣਾ। ਨਸਲਵਾਦ ਰੈਸਲਿਜ਼ਮ ਜਿਹੜਾ ਹੈਗਾ, ਭਾਰਤ ਵਿਦੇਸ਼ੀ ਨੀਤੀ ਉਪਨਿਵੇਸ਼ਵਾਦ ਦੇ ਨਾਲ ਨਸਲਵਾਦ ਦਾ ਵੀ ਵਿਰੋਧ ਕਰਦਾ ਹੈ, ਯਾਨੀ ਨਸਲ ਦੇ ਆਧਾਰ 'ਤੇ ਭਾਰਤ ਜਿਹੜਾ ਹੈਗਾ ਕਿਸੇ ਵੀ ਕੰਟਰੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਭੇਦਭਾਵ ਨਹੀਂ ਕਰੇਗਾ। ਉਸ ਤੋਂ ਬਾਅਦ ਇਹ ਪੁਆਇੰਟ ਹੈਗਾ ਜੀ, ਓਪੋਜੀਸ਼ਨ ਆਫ ਦ ਇੰਪੀਰੀਅਲਿਜ਼ਮ ਐਂਡ ਦ ਕਲੋਨਲਿਜ਼ਮ, ਸਮਾਜਵਾਦ ਅਤੇ ਉਪਨਿਵੇਸ਼ਵਾਦ ਦਾ ਵਿਰੋਧ ਭਾਰਤ ਦੀ ਵਿਦੇਸ਼ੀ ਨੀਤੀ ਦਾ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਭਾਰਤ ਆਪ ਲੰਬੇ ਸਮੇਂ ਤੱਕ ਤੋਂ ਸਾਮਰਾਜਵਾਦ ਅਤੇ ਉਪਨਿਵੇਸ਼ਵਾਦ ਦਾ ਸ਼ਿਕਾਰ ਬਣ ਚੁੱਕਿਆ ਹੈ। ਇਸੀ ਕਰਕੇ ਭਾਰਤ ਜਿਹੜਾ ਹੈਗਾ ਸ਼ੁਰੂ ਤੋਂ ਹੀ ਸਾਮਰਾਜਵਾਦ ਅਤੇ ਉਪਨਿਵੇਸ਼ਵਾਦ ਦਾ ਵਿਰੋਧ ਕਰਦਾ ਹੈ। ਉਸ ਤੋਂ ਬਾਅਦ ਮਨੁੱਖੀ ਅਧਿਕਾਰਾਂ ਦਾ ਸਤਿਕਾਰ, ਰਿਸਪੈਕਟ ਆਫ ਦ ਹਿਊਮਨ ਰਾਈਟਸ। ਹਿਊਮਨ ਰਾਈਟਸ ਜਿਹੜੇ ਹੈਗੇ ਨੇ ਉਹ ਕਿਸੇ ਵੀ ਦੇਸ਼ ਦੇ ਵਿਕਾਸ ਦਾ ਜਿਹੜਾ ਇੱਕ ਬੁਨਿਆਦ ਹੁੰਦੇ ਨੇ, ਕਿਉਂਕਿ ਜਦੋਂ ਦੇਸ਼ ਦੇ ਵਿੱਚ ਮਨੁੱਖਾਂ ਨੂੰ ਮਨੁੱਖੀ ਅਧਿਕਾਰ ਨਹੀਂ ਦਿੱਤਾ ਜਾਂਦਾ ਉਸਨੂੰ ਡਿਕਟੇਟਰਸ਼ਿਪ ਕੰਟਰੀ ਕਿਹਾ ਜਾਂਦਾ ਹੈ। ਔਰ ਸ਼ੁਰੂ ਤੋਂ ਹੀ ਇੰਡੀਆ ਜਿਹੜਾ ਹੈਗਾ ਇੱਕ ਸ਼ਾਂਤੀ ਪ੍ਰਿਯ ਦੇਸ਼ ਰਿਹਾ ਹੈ, ਔਰ ਸ਼ਾਂਤੀ ਪ੍ਰਿਯ ਦੇਸ਼ ਹੋਣ ਦੇ ਨਾਤੇ ਉਹ ਹਮੇਸ਼ਾ ਹੀ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਨ ਦੇ ਪੱਖ ਦੇ ਵਿੱਚ ਰਿਹਾ ਹੈ। ਨਿਊ ਇੰਟਰਨੈਸ਼ਨਲ ਇਕਨੋਮਿਕ ਆਰਡਰ ਐਂਡ ਕੁਐਸਚਨਸ ਆਫ ਦ ਪ੍ਰੋਟੈਕਸ਼ਨਸ ਆਫ ਦ ਐਨਵਾਇਰਨਮੈਂਟ, ਨਵੀਂ ਅੰਤਰਰਾਸ਼ਟਰੀ ਅਰਥ ਵਿਵਸਥਾ ਦੇ ਵਿੱਚ ਆਪਣਾ ਸਹਿਯੋਗ ਦੇਣਾ ਔਰ ਵਾਤਾਵਰਣ ਦੀ ਸੁਰੱਖਿਆ ਦਾ ਪ੍ਰਸ਼ਨ, ਹਮੇਸ਼ਾ ਤੋਂ ਹੀ ਵਾਤਾਵਰਣ ਨੂੰ ਇੱਕ ਇੰਪੋਰਟੈਂਸ ਦਿੱਤੀ ਹੈ ਇੰਡੀਆ ਨੇ, ਤੋਂ ਅੱਜ ਤੱਕ ਚੱਲਦੀ ਆ ਰਹੀ ਹੈ। ਓਪੋਜੀਸ਼ਨ ਆਫ ਦ ਟੈਰਰਿਜ਼ਮ, ਆਤੰਕਵਾਦ ਦਾ ਵਿਰੋਧ, ਸ਼ੁਰੂ ਤੋਂ ਹੀ ਇੰਡੀਆ ਨੇ ਆਤੰਕਵਾਦ ਜਿਹੜਾ ਹੈਗਾ ਉਸ ਚੀਜ਼ ਨੂੰ ਖਤਮ ਕਰਨ ਦੇ ਵਿੱਚ ਆਪਣਾ ਜਿਹੜਾ ਸਹਿਯੋਗ ਹੈ ਉਹ ਦਿੱਤਾ ਹੈ। ਭਾਵੇਂ ਕਿ ਅੰਤਰਰਾਸ਼ਟਰ ਬਹੁਤ ਪੁਰਾਣੀ ਬਿਮਾਰੀ ਹੈ, ਪਰੰਤੂ 11 ਸਤੰਬਰ 2001 ਨੂੰ ਆਤੰਕਵਾਦੀ ਦੁਆਰਾ ਅਮਰੀਕਾ ਦੇ ਵਿਸ਼ਵ ਵਪਾਰ ਸੰਗਠਨ ਯਾਨੀ ਕਿ ਵਰਲਡ ਟ੍ਰੇਡ ਸੈਂਟਰ 'ਤੇ ਹੋਏ ਹਮਲੇ ਦੀ ਜਿਹੜੀ ਇੰਡੀਆ ਨੇ ਉਹ ਪੁਰਜ਼ੋਰ ਨਿੰਦਾ ਕੀਤੀ ਹੈ। ਠੀਕ ਹੈ, ਉਸ ਤੋਂ ਬਾਅਦ ਹੈ ਬੇਟਾ ਸੁਰੱਖਿਆ ਪਰਿਸ਼ਦ ਦੀ ਮੈਂਬਰਸ਼ਿਪ ਸਥਾਪਿਤ ਕਰਨਾ। ਠੀਕ ਹੈ, ਦ ਪਰਮਾਨੈਂਟ ਮੈਂਬਰਸ਼ਿਪ ਆਫ ਸਿਕਿਉਰਿਟੀ ਕਾਉਂਸਿਲ, ਜਿਹਦੇ ਵਿੱਚ ਲਗਾਤਾਰ ਭਾਰਤ ਜਿਹੜਾ ਹੈਗਾ ਉਹ ਆਪਣਾ ਸਹਿਯੋਗ ਦੇ ਰਹਾ ਹੈ। ਏਸ਼ੀਅਨ ਅਤੇ ਅਫਰੀਕਾ ਦੇਸ਼ ਦੇ ਨਾਲ ਇਕਜੁੱਟਤਾ ਅਤੇ ਸਹਿਯੋਗ ਕਾਇਮ ਕਰਨਾ, ਜਿਹੜਾ ਪੁਆਇੰਟ ਆਪਾਂ ਪਹਿਲਾਂ ਪੜ੍ਹ ਚੁੱਕੇ ਨੇ। ਸੋ ਦੀਜ਼ ਆਰ ਦੀ ਸਿਧਾਂਤ ਜਿਹੜੇ ਆਪਣੇ ਰਹੇ ਨੇ। ਇਹਦੇ ਵਿੱਚ ਬੇਟਾ ਇੱਕ ਕੁਐਸਚਨ 2 ਮਾਰਕਸ ਜ਼ਰੂਰ ਕਰ ਲਿਓ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 5 ਮੂਲ ਕਿਹੜੇ ਨੇ? ਸਨਮਾਨ ਕਰਨਾ, ਠੀਕ ਹੈ, ਸੰਵਾਦ ਕਰਨਾ, ਸਮਰਿੱਧੀ, ਸੁਰੱਖਿਆ ਅਤੇ ਸੰਸਕ੍ਰਿਤੀ। ਠੀਕ ਹੈ ਜੀ।